ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਦੋਸਤੋ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਪੰਜਾਬ ਦੇ ਵਿੱਚ ਲੰਘੇ ਕੱਲ੍ਹ ਮੌਸਮ ਸਥਿਰ ਰਿਹਾ। ਦਿਨ ਦੇ ਵੇਲੇ ਮੌਸਮ ਬਿਲਕੁਲ ਸਾਫ਼ ਸੁਥਰਾ ਸੀ, ਵਾਤਾਵਰਨ ਬਿਲਕੁਲ ਸਾਫ਼ ਸੀ, ਸੋਹਣੀ ਧੁੱਪ ਨਿਕਲੀ ਆ ਜਿਹੜੀ ਕਿ ਸੇਕਣ ਨੂੰ ਚੰਗੀ ਲੱਗੀ ਹੈ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਰਾਤ ਦੇ ਵੇਲੇ ਪਾਰਾ ਹੋਰ ਲੁੜਕਣਾ ਤੇ ਆਉਂਦੇ 72 ਘੰਟਿਆਂ ਦੇ ਵਿੱਚ ਮੀਂਹ ਕਣੀ ਦੀ, ਬੱਦਲਵਾਈ ਦੀ, ਹਵਾ ਦੇ ਬੁੱਲੇ ਦੀ, ਹਨੇਰੀ ਦੀ ਕਿਸੇ ਕਿਸਮ ਦੀ ਕੋਈ ਸੰਭਾਵਨਾ ਨਹੀਂ ਹੈ। ਸੋ ਮੌਸਮ ਸਥਿਰ ਹੀ ਰਹੂਗਾ, ਇਸ ਗੱਲ ਦੀ ਆਸ ਪ੍ਰਗਟਾਈ ਗਈ ਹੈ। ਹੁਣ ਜੇ ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਆਮ ਲੋਕਾਂ ਨੂੰ, ਭਾਵੇਂ ਉਹ ਪੰਜਾਬ ਦੇ ਅਤੇ ਭਾਵੇਂ ਕਿਤੇ ਹੋਰ ਦੇ ਆ, ਉਹਨਾਂ ਨੂੰ ਚੁਕੰਨੇ ਕਰਨ ਦੇ ਨਾਲ ਜੁੜੀ ਹੋਈ ਹੈ। ਕਿਉਂਕਿ ਹਰਿਆਣੇ ਦੇ ਵਿੱਚ, ਸਾਡੇ ਗਵਾਂਢੀ ਸੂਬੇ ਦੇ ਵਿੱਚ ਲੰਘੀ 16 ਨਵੰਬਰ ਨੂੰ ਸਕੂਲ ਖੋਲ੍ਹੇ ਗਏ ਸੀ। ਪਰ ਉੱਧਰੋਂ ਸਕੂਲ ਖੋਲ੍ਹੇ ਗਏ ਤੇ ਉੱਧਰੋਂ ਇੱਕ ਨਵੀਂ ਖਬਰ ਆ ਗਈ। ਕਿਉਂਕਿ ਜਿਹੜੇ ਸਕੂਲਾਂ ਦੇ ਵਿੱਚ ਵਿਦਿਆਰਥੀ ਗਏ, ਜਿੱਥੇ ਅਧਿਆਪਕ ਸਾਹਿਬਾਨ ਗਏ, ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਤੇ ਅਧਿਆਪਕ ਸਾਹਿਬਾਨ ਆ ਕਰੋਨਾ ਪੀੜਤ ਹੋ ਚੁੱਕੇ ਆ। ਇਸ ਕਰਕੇ ਹਰਿਆਣੇ ਦੀ ਸਰਕਾਰ, ਉੱਥੋਂ ਦੇ ਸਿੱਖਿਆ ਵਿਭਾਗ ਦੇ ਵੱਲੋਂ 30 ਨਵੰਬਰ ਤੱਕ ਦੇ ਲਈ ਸੂਬੇ ਦੇ ਸਾਰੇ ਸਕੂਲਾਂ ਨੂੰ ਬੰਦ ਕਰਨ ਦਾ ਹੁਕਮ ਦੇ ਦਿੱਤਾ ਗਿਆ। ਤੇ ਇਹ ਗੱਲ ਕਹੀ ਗਈ ਹੈ ਕਿ ਜੇਕਰ ਕੋਈ ਵੀ ਅਧਿਆਪਕ ਜਾਂ ਕੋਈ ਵੀ ਸਿੱਖਿਆ ਖੇਤਰ ਨਾਲ ਜੁੜਿਆ ਅਧਿਕਾਰੀ ਸਕੂਲਾਂ ਦੇ ਵਿੱਚ ਆਊਗਾ, ਉਹਦੇ ਖਿਲਾਫ ਬਣਦੀ ਅਸੀਂ ਵਿਭਾਗੀ ਕਾਰਵਾਈ ਕਰਾਂਗੇ। ਹੁਣ ਜੇਕਰ ਇੱਕ ਹੋਰ ਖਬਰ ਸਾਂਝੀ ਕਰੀਏ ਤਾਂ ਉਹ ਹਿਮਾਚਲ ਪ੍ਰਦੇਸ਼ ਦੇ ਨਾਲ ਸੰਬੰਧਿਤ ਹੈ। ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਜ਼ਿਲ੍ਹਾ ਹੈਗਾ ਲਾਹੌਲ ਸਪੀਤੀ। ਇੱਥੇ ਇੱਕ ਪਿੰਡ ਹੈਗਾ ਥੋਰੰਗ। ਇਸ ਪਿੰਡ ਦੇ ਵਿੱਚ ਬਹੁਤ ਥੋੜ੍ਹੇ ਲੋਕ ਰਹਿੰਦੇ ਆ, ਕਿਉਂਕਿ ਹੈ ਹੀ ਉਹ ਉਸ ਪਾਸੇ ਜਿੱਥੇ ਕੋਈ ਵਸੋਂ ਬਹੁਤੀ ਹੋ ਹੀ ਨਹੀਂ ਸਕਦੀ। ਉੱਥੇ ਰਹਿੰਦੇ ਆ 43 ਦੇ ਕਰੀਬ ਲੋਕ, ਯਾਨੀ ਕਿ 10 ਕੁ ਘਰ ਹੋਣਗੇ। ਜੇਕਰ ਆਪਾਂ ਇੱਕ ਘਰ ਦੇ 4 ਕੁ ਮੈਂਬਰ ਵੀ ਲੱਗੇ ਤਾਂ 10 ਤੋਂ ਲੈ ਕੇ 12 ਕੁ ਘਰ ਉੱਥੇ ਹੋਣਗੇ। ਪਰ ਸਾਰੇ ਦਾ ਸਾਰਾ ਪਿੰਡ ਹੀ ਕਰੋਨਾ ਪੋਜ਼ੀਟਿਵ ਹੋ ਗਿਆ। ਜੇਕਰ ਉੱਥੇ 43 ਲੋਕ ਵਸਦੇ ਆ, ਉਹਦੇ ਵਿੱਚੋਂ ਸਿਰਫ ਇੱਕ ਭੂਸ਼ਣ ਕੁਮਾਰ ਨਾਂ ਦਾ ਵਿਅਕਤੀ ਹੈ ਜਿਹੜਾ ਕਰੋਨਾ ਪੀੜਤ ਨਹੀਂ। ਪਰ ਜਿਹੜਾ ਬੰਦਾ ਕਰੋਨਾ ਪੀੜਤ ਨਹੀਂ, ਉਹਦੇ ਵੀ ਟੱਬਰ ਦੇ 6 ਜੀ ਕਰੋਨਾ ਪੀੜਤ ਆ। ਯਾਨੀ ਕਿ 43 ਦੇ ਵਿੱਚੋਂ 42 ਲੋਕ ਉੱਥੇ ਕਰੋਨਾ ਪੋਜ਼ੀਟਿਵ ਆ, ਜਿਹਦੇ ਕਰਕੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸਿਹਤ ਵਿਭਾਗ ਦੇ ਵੱਲੋਂ, ਬਾਕੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਫਿਕਰਮੰਦੀ ਪ੍ਰਗਟਾਈ ਗਈ ਹੈ। ਤੇ ਇਹ ਗੱਲ ਸਾਡੇ ਲਈ ਇਸ ਕਰਕੇ ਸੋਚਣ ਵਾਲੀ ਹੈ ਕਿ ਜੇਕਰ ਲਾਹੌਲ ਸਪੀਤੀ ਦੇ ਵੱਲ, ਜਿੱਥੇ ਹੈ ਕਿ 50 ਕੁ ਬੰਦੇ ਰਹਿੰਦੇ, ਤੇ ਉੱਥੇ ਇੱਦਾਂ ਅੱਧੋਂ ਵੱਧ ਲੋਕ, ਯਾਨੀ ਕਿ ਉਸ ਵਕਤ 99% ਲੋਕ ਜੇਕਰ ਉੱਥੇ ਕਰੋਨਾ ਪੋਜ਼ੀਟਿਵ ਹੋ ਗਏ ਆ, ਤਾਂ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਰਹਿੰਦੇ ਆ, ਜਿੱਥੇ ਕਰੋੜਾਂ ਦੀ ਗਿਣਤੀ 'ਚ ਲੋਕ ਰਹਿੰਦੇ ਆ, ਹਰ ਪਿੰਡ ਦੇ ਵਿੱਚ ਹਜ਼ਾਰਾਂ ਲੋਕ ਰਹਿੰਦੇ ਆ ਪੰਜਾਬ ਦੇ ਅੰਦਰ, ਤਾਂ ਫਿਰ ਉੱਥੇ ਜੇਕਰ ਕਰੋਨਾ ਪਸਰ ਗਿਆ ਤਾਂ ਬਣੂਗਾ ਕੀ। ਇਸ ਕਰਕੇ ਅਸੀਂ ਚੁਕੰਨੇ ਵੀ ਹੋਈਏ, ਅਸੀਂ ਸਿਹਤ ਵਿਭਾਗ ਦੀਆਂ ਨਿਯਮਾਂ ਦਾ ਪਾਲਣ ਵੀ ਕਰੀਏ। ਅਸੀਂ ਇਸ ਵਕਤ ਮਨ ਦੇ ਵਿੱਚ ਇੱਕ ਡਰ ਜ਼ਰੂਰ ਰੱਖੀਏ। ਅਸੀਂ ਉਹ ਜਿਹੜੇ ਪ੍ਰਬੰਧ ਪਹਿਲਾਂ ਕਰਦੇ ਸੀ ਉਹ ਅੱਜ ਦੀ ਤਰੀਕ ਦੇ ਵਿੱਚ ਵੀ ਕਰੀਏ, ਮਾਸਕ ਵੀ ਪਹਿਨੀਏ ਤੇ ਭੀੜਾਂ ਦਾ ਬਹੁਤਾ ਹਿੱਸਾ ਵੀ ਨਾ ਬਣੀਏ। ਜਿੱਥੇ ਤੱਕ ਕੰਮ ਕਰੇ ਬਿਨਾਂ ਸਰਦਾ ਨਹੀਂ, ਉੱਥੇ ਤਾਂ ਅਸੀਂ ਜਾਈਏ, ਪਰ ਤਮਾਸ਼ਾ ਜਿਹਾ ਕਰਨਾ ਜਾਈਏ ਕਿ ਆਪਾਂ ਉੱਧਰ ਗੇੜਾ ਕੱਢ ਕੇ ਆਉਂਦੇ ਹਾਂ ਤੇ 4 ਜਣੇ ਇੱਧਰ ਨੂੰ ਮੁੜ ਚੱਲਦੇ ਹਾਂ। ਇਸ ਸਭ ਕੁਝ ਤੋਂ ਸਾਨੂੰ ਗੁਰੇਜ਼ ਕਰਨਾ ਪਊਗਾ, ਆਪਣੀ ਤੇ ਆਪਣਿਆਂ ਦੀ ਸਿਹਤ ਦੀ ਖਾਤਰ। ਹੁਣ ਜੇ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਆ ਤਾਂ ਉਹ ਹੈ ਕਿਸਾਨਾਂ ਦੇ ਵੱਲੋਂ ਵਿੱਢੇ ਗਏ ਅੰਦੋਲਨ ਦੇ ਨਾਲ ਜੁੜੀ ਹੋਈ। ਤੇ ਪੰਜਾਬ ਦੇ ਕਿਸਾਨ ਆ ਜਿਹੜੇ, ਉਹ 26 ਤੇ 27 ਤਰੀਕ ਨੂੰ ਦਿੱਲੀ ਦੇ ਵੱਲ ਕੂਚ ਕਰਨ ਦੇ ਲਈ ਪਿੰਡ ਪੱਧਰ ਦੇ ਉੱਤੇ ਵੀ ਮੀਟਿੰਗਾਂ ਕਰ ਰਹੇ ਆ। ਪਿੰਡ ਦੇ ਵਿੱਚ ਮੀਟਿੰਗਾਂ ਦਾ ਸਿਲਸਿਲਾ ਸਿਖਰ ਦੇ ਉੱਤੇ ਆ। ਅੱਜ ਮੈਂ ਕੁਝ ਕੁ ਤਸਵੀਰਾਂ ਦੇਖੀਆਂ, ਮਨ ਦੇ ਜਜ਼ਬਾਤ ਆ ਜਿਹੜੇ ਉਹ ਕਈ ਤਰ੍ਹਾਂ ਦਾ ਪ੍ਰਗਟਾਵਾ ਲੈ ਕੇ ਆਏ। ਕਿਉਂਕਿ ਛੋਟੀਆਂ ਬੱਚੀਆਂ, ਛੋਟੇ ਬੱਚੇ ਜਿਹੜੇ, ਉਹਨਾਂ ਦੇ ਹੱਥਾਂ ਦੇ ਵਿੱਚ ਵੀ ਕਿਸਾਨ ਮਜ਼ਦੂਰ ਏਕਤਾ ਵਾਲੇ ਝੰਡੇ ਫੜੇ ਹੋਏ ਸੀ। ਉਹਨਾਂ ਨੂੰ ਬੇਸ਼ੱਕ ਇਸ ਗੱਲ ਦਾ ਇਲਮ ਨਾ ਹੋਵੇ ਕਿ ਅੱਜ ਸਾਡੇ ਵੱਡਿਆਂ ਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ, ਪਰ ਹੋਰ 4 ਵਰ੍ਹਿਆਂ ਤੱਕ, ਹੋਰ 10 ਵਰ੍ਹਿਆਂ ਤੱਕ ਇਹਨਾਂ ਨਿਆਣਿਆਂ ਨੂੰ ਵੀ ਪਤਾ ਲੱਗ ਜਾਣਾ ਕਿ ਸਾਡੇ ਵੱਡਿਆਂ ਨੂੰ, ਮੇਰੇ ਬਾਪ ਨੂੰ, ਮੇਰੇ ਦਾਦੇ ਨੂੰ, ਮੇਰੇ ਚਾਚੇ ਨੂੰ, ਮੇਰੇ ਤਾਏ ਨੂੰ, ਮੇਰੇ ਨਾਨੇ ਨੂੰ ਆਹ ਕੁਝ ਕਰਨਾ ਇਸ ਕਰਕੇ ਪਿਆ ਸੀਗਾ। ਸੋ ਇਸ ਕਰਕੇ ਪੰਜਾਬ ਦੇ ਵਿੱਚ ਹੁਣ ਜਦੋਂ ਪਿੰਡ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਤਾਂ ਬੀਜੇਪੀ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਗਿਆ। ਕੇਂਦਰ ਦੀ ਸਰਕਾਰ ਆ ਇਸ ਵਕਤ ਅੰਦਰੋਂ ਡਰੀ ਹੋਈ ਹੈ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਰਿਹਾ ਵੀ ਜੇਕਰ 500 ਦੇ ਕਰੀਬ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਪੂਰੇ ਭਾਰਤ ਦੀਆਂ 26 ਤੇ 27 ਤਰੀਕ ਨੂੰ ਦਿੱਲੀ ਵੱਲ ਕੂਚ ਕਰ ਰਹੀਆਂ, ਜੇਕਰ ਇਹਨਾਂ ਦੇ ਵੱਲੋਂ ਸੱਚੀ ਮੁੱਚੀ ਬਹੁਤ ਵੱਡੇ ਪੱਧਰ ਦੇ ਉੱਤੇ ਅੰਦੋਲਨ ਸ਼ੁਰੂ ਕਰ ਲਿਆ ਗਿਆ ਤਾਂ ਫਿਰ ਸਾਡੇ ਪਿੰਡ ਪੱਲੇ ਕੱਖ ਨਹੀਂ ਰਹਿਣਾ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਇਹ ਗੱਲ ਕਹੀ ਹੈ ਕਿ ਪਿੰਡ ਦੇ ਵਿੱਚੋਂ ਟਰੈਕਟਰ ਟਰਾਲੀਆਂ ਦਿੱਲੀ ਵੱਲ ਚੱਲ ਗਏ ਤੇ 4 ਮਹੀਨੇ ਦਾ ਰਾਸ਼ਨ ਆ ਜਿਹੜਾ ਉਹ ਟਰਾਲੀ ਦੇ ਵਿੱਚ ਲੈ ਕੇ ਜਾਣਾ। ਕੋਈ ਪਤਾ ਨਹੀਂ ਆਪਾਂ ਨੂੰ ਕਿੱਥੇ ਮੋਰਚਾ ਲਾਉਣਾ ਪੈ ਜੇ ਤੇ ਕੋਈ ਪਤਾ ਨਹੀਂ ਕਿੰਨੇ ਮਹੀਨੇ ਮੋਰਚਾ ਲਾਉਣਾ ਪੈ ਜੇ। ਇਸ ਕਰਕੇ ਰਾਸ਼ਨ ਪਾਣੀ ਦਾ ਪ੍ਰਬੰਧ ਇੱਥੋਂ ਕਰਕੇ ਹੀ ਜਾਣਾ। ਮਤਲਬ ਇਹ ਆ ਕਿ 5 ਵੱਖ-ਵੱਖ ਰਸਤਿਆਂ ਦੇ ਥਾਹੀਂ ਦਿੱਲੀ ਦੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਜਾਊਗੀ। ਜਿੱਥੇ ਵੀ ਪੁਲਿਸ ਦੇ ਵੱਲੋਂ ਰੋਕ ਲਿਆ ਗਿਆ ਉੱਥੇ ਹੀ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਜਾਣਾ ਤੇ ਬਾਅਦ ਦੇ ਵਿੱਚੋਂ ਕਦੋਂ ਚੁੱਕਿਆ ਜਾਣਾ। ਤੇ ਕਿਸਾਨਾਂ ਨੇ ਕਿਹਾ ਵੀ ਸਾਨੂੰ ਇਸ ਗੱਲ ਦਾ ਖੁਦ ਨੂੰ ਨਹੀਂ ਪਤਾ। ਪਰ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਅੱਜ ਕਿਸਾਨਾਂ ਦੇ ਨਾਲ ਇੱਕ ਮਹੱਤਵਪੂਰਨ ਮੀਟਿੰਗ ਕਰਨੀ ਹੈ। ਇਸ ਮੀਟਿੰਗ ਦੇ ਵਿੱਚ ਕਿਸਾਨ ਭਾਈਚਾਰੇ ਦੇ ਵਿਚਾਰ ਲੈ ਕੇ ਵੱਖ-ਵੱਖ ਮੁੱਦਿਆਂ ਦੇ ਉੱਤੇ, ਤੇ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਤੇ ਗ੍ਰਹਿ ਵਿਭਾਗ ਦੇ ਮੰਤਰੀ ਨਾਲ ਮੁਲਾਕਾਤ ਕਰਨੀ ਹੈ ਅਗਲੇ ਦਿਨਾਂ ਦੇ ਵਿੱਚ, ਤੇ ਪੰਜਾਬ ਦੇ ਕਿਸਾਨਾਂ ਦੇ ਮਸਲੇ ਜਿਹੜੇ ਮੈਂ ਕੇਂਦਰ ਦੇ ਮੂਹਰੇ ਜਾ ਕੇ ਰੱਖਣੇ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ
ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਚੰਡੀਗੜ੍ਹ ਦੇ ਵਿੱਚ ਉਹਨਾਂ ਕਿਸਾਨ ਸੰਗਠਨਾਂ ਨਾਲ ਗੱਲਬਾਤ ਕਰਨੀ ਹੈ ਜਿਹੜੇ ਪਿਛਲੇ ਕਈ ਦਿਨਾਂ ਤੋਂ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਕਰ ਰਹੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਠੀਕ ਪਹਿਲਾਂ ਮੁੱਖ ਮੰਤਰੀ ਨੇ ਕਿਸਾਨ ਸੰਗਠਨਾਂ ਨਾਲ ਗੱਲਬਾਤ ਦਾ ਫੈਸਲਾ ਕੀਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਨੂੰ ਅਪੀਲ ਕੀਤੀ ਸੀ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਪੰਜਾਬ ਦੇ ਅੰਦਰ ਰੇਲ ਗੱਡੀਆਂ ਰੋਕਣ ਨਾਲ ਵੱਧ ਰਹੇ ਆਰਥਿਕ ਸੰਕਟ ਕਰਕੇ ਵੱਡਾ ਦਿਲ ਦਿਖਾ ਕੇ ਮਾਲ ਗੱਡੀਆਂ ਨੂੰ ਮੁੜ ਚਾਲੂ ਕਰਨ ਦੀ ਇਜਾਜ਼ਤ ਦੇਣ। ਇਸ ਤੋਂ ਬਾਅਦ ਕਿਸਾਨ ਮੁਸਾਫਰ ਰੇਲਾਂ ਚਲਾਉਣ ਲਈ ਸਹਿਮਤ ਹੋ ਜਾਣਗੇ। ਕਿਸਾਨ ਸੰਗਠਨਾਂ ਨੇ ਕੈਪਟਨ ਨੂੰ ਕਿਹਾ ਕਿ ਕਰੋਨਾ ਕਰਕੇ ਉਦਯੋਗ ਨੂੰ ਪਹਿਲਾਂ ਹੀ 30,000 ਕਰੋੜ ਰੁਪਏ ਦਾ ਨੁਕਸਾਨ ਹੋਇਆ। ਕਣਕ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ, ਪਰ ਮਾਲ ਗੱਡੀਆਂ ਦੀ ਆਮਦ ਨਾ ਹੋਣ ਕਰਕੇ ਯੂਰੀਆ ਕਿਸਾਨਾਂ ਤੱਕ ਨਹੀਂ ਪਹੁੰਚ ਰਹੀ। ਪੰਜਾਬ ਤੋਂ ਦੂਜੇ ਸੂਬਿਆਂ ਦੇ ਵਿੱਚ 30 ਲੱਖ ਟਨ ਅਨਾਜ ਵੀ ਨਹੀਂ ਜਾ ਸਕਿਆ। ਇਸ ਲਈ ਹੁਣ ਸੂਬੇ ਦੇ ਗੋਦਾਮਾਂ ਵਿੱਚ ਥਾਂ ਨਹੀਂ ਬਚੀ। ਉਹਨਾਂ ਕਿਹਾ ਕਿ ਰੇਲ ਰੋਕੇ ਜਾਣ ਕਰਕੇ ਪੰਜਾਬ ਨੂੰ ਵਿੱਤੀ ਤੌਰ ਦੇ ਉੱਤੇ ਨੁਕਸਾਨ ਹੋ ਰਿਹਾ। ਉਹਨਾਂ ਅੱਗੇ ਕਿਹਾ ਕਿ ਜਦੋਂ ਸੂਬਾ ਸਰਕਾਰ ਖੇਤੀਬਾੜੀ ਕਾਨੂੰਨ ਦੇ ਖਿਲਾਫ ਉਹਨਾਂ ਦਾ ਸਮਰਥਨ ਕਰ ਰਹੀ ਹੈ ਤਾਂ ਉਹਨਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਬੀਜੇਪੀ ਦੇ ਨੇਤਾ ਇਹ ਗੱਲ ਕਹਿੰਦੇ ਆ ਕਿ ਅਸੀਂ ਪੰਜਾਬ ਦੇ ਵਿੱਚ 117 ਦੀਆਂ 117 ਸੀਟਾਂ ਜਿੱਤਾਂਗੇ, ਪਰ ਅੱਜ ਦੀ ਤਰੀਕ ਦੇ ਵਿੱਚ ਉਹਨਾਂ ਨੂੰ ਆਪਣੇ ਦਫ਼ਤਰ ਖੋਲ੍ਹਣੇ ਔਖੇ ਹੋਏ ਪਏ ਆ। ਬਠਿੰਡੇ ਦੇ ਵਿੱਚ ਬੀਜੇਪੀ ਦੇ ਇੱਕ ਦਫ਼ਤਰ ਦਾ ਉਦਘਾਟਨ ਹੋਣਾ ਸੀ। ਉਸ ਥਾਂ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚ ਗਏ। ਕਿਸਾਨਾਂ ਨੇ ਵਿਰੋਧ ਕੀਤਾ, ਬਾਅਦ ਦੇ ਵਿੱਚ ਦਫ਼ਤਰ ਦਾ ਉਦਘਾਟਨ ਨਹੀਂ ਹੋਇਆ ਕਿਉਂਕਿ ਜਿਹੜਾ ਉੱਥੇ ਟੈਂਟ ਦਾ ਸਮਾਨ ਲਾਉਣ ਵਾਲੇ ਸਾਥੀ ਸੀਗੇ ਉਹਨਾਂ ਨੇ ਵੀ ਆਪਦਾ ਸਾਰਾ ਡੰਡਾ ਡੋਰੀਆ ਸਮੇਟਿਆ ਤੇ ਰੇੜੇ ਦੇ ਉੱਤੇ ਲੱਦ ਕੇ ਤੇ ਸਮਾਨ ਵਾਪਸ ਲੈ ਗਏ ਆ। ਕਹਿਣ ਦਾ ਭਾਵ ਬੇਸ਼ੱਕ ਅਸੀਂ 117 ਸੀਟਾਂ ਜਿੱਤਣ ਦਾ ਦਾਅਵਾ ਕਰਦੇ ਹਾਂ, ਪਰ ਇਸ ਵਕਤ ਸਾਨੂੰ ਦਫ਼ਤਰ ਖੋਲ੍ਹਣੇ ਵੀ ਔਖੇ ਹੋ ਰਹੇ ਆ ਤੇ ਉਹ ਤਾਂ ਕਰਕੇ ਹੋ ਰਹੇ ਆ ਕਿਉਂਕਿ ਅਸੀਂ ਕਿਸਾਨ ਭਾਈਚਾਰੇ ਦੀਆਂ ਮੰਗਾਂ ਦੇ ਵੱਲ ਖਿਆਲ ਹੀ ਨਹੀਂ ਕੀਤਾ। ਲੋੜ ਇਸ ਵਕਤ ਇਸ ਗੱਲ ਦੀ ਆ ਕਿ ਬੀਜੇਪੀ ਦੇ ਆਗੂ ਕੰਧ ਦੇ ਉੱਤੇ ਲਿਖਿਆ ਹੋਇਆ ਪੜ੍ਹਨ। ਲੋੜ ਇਸ ਵਕਤ ਇਸ ਗੱਲ ਦੀ ਆ ਕਿ ਬੀਜੇਪੀ ਦੇ ਆਗੂ ਥੋੜ੍ਹਾ ਜਿਹਾ ਝੁਕਣ। ਕਿਸਾਨ ਵੀ ਮੰਨਣ ਨੂੰ ਕੁਝ ਕੁ ਗੱਲਾਂ ਤਿਆਰ ਆ, ਪਰ ਬੀਜੇਪੀ ਨੂੰ ਵੀ ਇੰਨਾ ਅੜੀਅਲ ਰਵੱਈਆ ਨਹੀਂ ਅਪਣਾਉਣਾ ਚਾਹੀਦਾ। ਕੇਂਦਰ ਦੀ ਸਰਕਾਰ ਦੇ ਵੱਲੋਂ ਬੇਸ਼ੱਕ ਕਿਸੇ ਵੀ ਪਾਰਟੀ ਦੀ ਹੋਵੇ, ਉਹਨੇ ਅੱਜ ਤੱਕ ਪੰਜਾਬ ਦੇ ਉੱਤੇ ਬਹੁਤੀ ਮਿਹਰਬਾਨੀ ਵਾਲੀ ਨਿਗਾਹ ਰੱਖੀ ਨਹੀਂ। ਤੇ ਐਤਕੀ ਦੀ ਜਿਹੜੀ ਇਹ ਸਰਕਾਰ ਆ, ਮੋਦੀ ਸਰਕਾਰ, ਇਹਨੇ ਤਾਂ ਪੰਜਾਬ ਨੂੰ ਬਿਲਕੁਲ ਇੱਦਾਂ ਨੁਕਰੇ ਲਾਇਆ ਹੋਇਆ ਵੀ ਜਿਵੇਂ ਪੰਜਾਬ ਭਾਰਤ ਦਾ ਹਿੱਸਾ ਹੈ ਹੀ ਨਹੀਂ, ਇਹ ਤਾਂ ਕਿਸੇ ਹੋਰ ਦੇਸ਼ ਦਾ ਹਿੱਸਾ ਬਣ ਗਿਆ। ਇਸ ਕਰਕੇ ਜ਼ਰੂਰਤ ਇਸ ਗੱਲ ਦੀ ਹੈ ਕਿ ਕਿਸਾਨਾਂ ਦੇ ਅੰਦੋਲਨ ਦੀ ਸਾਰ ਲਈ ਜਾਵੇ। ਇਸ ਤੋਂ ਪਹਿਲਾਂ ਹੀ ਲੈ ਲੈਣੀ ਚਾਹੀਦੀ ਸੀ, ਹੁਣ ਤੱਕ ਇੰਨੇ ਤਜਰਬੇ ਕਰਨੇ ਵੀ ਨਹੀਂ ਸੀ ਚਾਹੀਦੇ। ਪਰ ਆਉਂਦੇ ਸਮੇਂ ਦੇ ਵਿੱਚ ਜੇਕਰ ਮੋਦੀ ਸਰਕਾਰ ਨੇ ਸਾਰ ਨਾ ਲਈ ਤਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਤੇ ਭਾਰਤ ਦੇ ਬਾਕੀ ਵੱਖ-ਵੱਖ ਸੂਬਿਆਂ ਦੇ ਕਿਸਾਨ 26 ਤੇ 27 ਨੂੰ ਦਿੱਲੀ ਪਹੁੰਚ ਰਹੇ ਆ, ਇਹ ਇੱਕ ਬਹੁਤ ਵੱਡਾ ਅੰਦੋਲਨ ਹੋ ਨਿਬੜਨਾ। ਇਹ ਇੰਨਾ ਕੁ ਵੱਡਾ ਹੋ ਸਕਦਾ ਜਿਹੜਾ ਬਾਅਦ ਦੇ ਵਿੱਚ ਸੰਭਲੇ ਵੀ ਨਾ। ਫਿਰ ਇਹ ਗੱਲ ਸਾਹਮਣੇ ਆਊਗੀ ਕਿ ਇਹਦੇ ਨਾਲ ਆਹ ਨੁਕਸਾਨ ਹੋ ਗਿਆ, ਇਹਨਾਂ ਕਰਕੇ ਆਹ ਹੋ ਗਿਆ, ਇਹਨਾਂ ਨੇ ਆਹ ਰਾਹ ਬਲੌਕ ਕਰ ਲਿਆ, ਇਹਨਾਂ ਨੇ ਆਹ ਰਾਹ ਬਲੌਕ ਕਰ ਲਿਆ। ਕਿਸਾਨ ਇਹ ਗੱਲ ਕਹਿੰਦੇ ਆ ਕਿ ਸਾਡੀਆਂ ਬੇਨਤੀਆਂ ਨੂੰ ਪਰਵਾਹ ਹੀ ਨਹੀਂ ਕਰਦੇ, ਸਾਨੂੰ ਤੁਸੀਂ ਮੂਰਖ ਸਮਝਿਆ। ਸਾਨੂੰ ਕਦੇ ਦਿੱਲੀ ਸੱਦ ਲੈਂਦੇ ਆ, ਕਦੇ ਵਾਪਸ ਮੋੜ ਦਿੰਦੇ ਆ, ਫਿਰ ਸੱਦ ਲੈਂਦੇ ਆ, ਫਿਰ ਵਾਪਸ ਮੋੜ ਦਿੰਦੇ ਆ, ਫਿਰ ਕਹਿੰਦੇ ਆ ਫਿਰ ਆ ਜਾਓ। ਤੇ ਇਹ ਚੂਹੇ ਬਿੱਲੀ ਵਾਲੀ ਖੇਡ ਕਿੰਨਾ ਕੁ ਚਿਰ ਚੱਲੂਗੀ? ਇਸ ਕਰਕੇ ਵੇਲਾ ਰਹਿੰਦਿਆਂ ਕਿਸੇ ਵੀ ਮਸਲੇ ਦੇ ਉੱਤੇ ਵਿਚਾਰ ਕਰਨਾ ਚਾਹੀਦਾ। ਸੂਬੇ ਦੀ ਸਰਕਾਰ ਨੂੰ ਵੀ ਤੇ ਕੇਂਦਰ ਦੀ ਸਰਕਾਰ ਨੂੰ ਵੀ ਤੇ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਇਹੋ ਜਿਹੇ ਗੰਭੀਰ ਮੁੱਦਿਆਂ ਦੇ ਉੱਤੇ ਕੱਲੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਕੱਲੀ ਸ਼ਬਦ ਮੈਂ ਤਾਂ ਵਰਤਿਆ ਕਿਉਂਕਿ ਰਾਜਨੀਤੀ ਤਾਂ ਸਭ ਨੇ ਕਰਨੀ ਆ, ਪਰ ਕੱਲੀ ਰਾਜਨੀਤੀ ਨਾ ਕੀਤੀ ਜਾਵੇ। ਇਸ ਵਕਤ ਕੰਮ ਦੀ ਗੱਲ ਵੀ ਕੀਤੀ ਜਾਵੇ। ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਇਹ ਹੈ, ਪੰਜਾਬ ਦਾ ਕਿਸਾਨ ਦੇਸ਼ ਦਾ ਢਿੱਡ ਭਰਦਾ ਤਾਂ ਫਿਰ ਆਪ ਭੁੱਖਾ ਕਿਉਂ ਸੌਂਦਾ? ਕਿਸੇ ਦਾ ਚਿੱਤ ਨਹੀਂ ਕਰਦਾ ਕਿ ਰਾਤ ਦੇ ਵੇਲੇ ਉਹ ਸੜਕਾਂ ਦੇ ਉੱਤੇ ਸੌਵੇਂ, ਉਹ ਰਾਤ ਦੇ ਵੇਲੇ ਚੌਂਕਾਂ ਦੇ ਵਿੱਚ ਸੌਵੇਂ। ਜਦੋਂ ਸਾਡੇ ਰਾਜਨੀਤਿਕ ਲੋਕ ਆ ਜਿਹੜੇ ਉਹ ਦਿਨ ਦੇ ਵੇਲੇ ਵੀ ਕਮਰਿਆਂ ਦੇ ਵਿੱਚ, ਮਹਿੰਗੇ ਸੋਹਣੇ ਕਮਰਿਆਂ ਦੇ ਵਿੱਚ ਹੀਟਰ ਲਾ ਕੇ ਰੱਖਦੇ ਆ, ਰਾਤਾਂ ਦੇ ਵੇਲੇ ਉਹਨਾਂ ਦੇ ਕੋਲ ਠੰਡ ਭਜਾਉਣ ਦੇ ਤਰੀਕੇ ਹੈਗੇ ਆ, ਤਾਂ ਉਸ ਵਕਤ ਪੰਜਾਬ ਦੇ ਕਿਸਾਨ ਆ ਜਿਹੜੇ ਉਹਨਾਂ ਦੀ ਸਾਰ ਵੀ ਲੈਣੀ ਚਾਹੀਦੀ ਹੈ। ਸੋ ਵਕਤ ਦੱਸੂਗਾ ਕੀ ਬਣਦਾ, ਪਰ ਇਸ ਵਕਤ ਪੰਜਾਬ ਤੇ ਕੇਂਦਰ ਦੇ ਜਿਹੜੇ ਬੀਜੇਪੀ ਨੇਤਾ ਉਹ ਥੋੜ੍ਹਾ ਜਿਹਾ ਅੰਦਰੋਂ ਥਿੜਕੇ ਜ਼ਰੂਰ ਹੋਏ ਆ ਤੇ ਨਤੀਜਾ ਕਿਹੋ ਜਿਹਾ ਆਉਂਦਾ ਇਹਦੇ ਬਾਬਤ ਪਤਾ ਲੱਗ ਜਾਣਾ ਆਉਂਦੇ ਦਿਨਾਂ ਦੇ ਵਿੱਚ। ਗੁਰਦੀਪ ਸਿੰਘ ਰਾਣੋ ਨਸ਼ਾ ਤਸਕਰ ਦੇ ਮੁਤੱਲਕ ਹਰ ਰੋਜ਼ ਕਈ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ, ਪਰ ਹੁਣ ਜਿਹੜੀਆਂ ਖਬਰਾਂ ਆਈਆਂ ਉਹ ਸੱਚੀ ਮੁੱਚੀ ਸੋਚਣ ਵਾਲੀਆਂ। ਕਿਉਂਕਿ ਜਿਸ ਤਰੀਕੇ ਦੇ ਨਾਲ ਉਸ ਬੰਦੇ ਨੂੰ, ਇੱਕ ਸਾਬਕਾ ਅਕਾਲੀ ਸਰਪੰਚ ਨੂੰ, ਜੇਕਰ ਇੰਨੀ ਵੱਡੀ ਸਿਕਿਉਰਿਟੀ ਦੀ ਡਾਰ ਮਿਲ ਸਕਦੀ ਹੈ ਤਾਂ ਫਿਰ ਸਿਕਿਉਰਿਟੀ ਲੈਣ ਦੇ ਨਿਯਮ ਕੀ ਹੈ, ਇਹਦੇ ਬਾਬਤ ਹੁਣ ਪੜਚੋਲ ਕਰਨੀ ਚਾਹੀਦੀ ਹੈ। ADGP ਸਿਕਿਉਰਿਟੀ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਅਸੀਂ ਇਸ ਮਾਮਲੇ ਦਾ ਮੁਲਾਂਕਣ ਕਰਾਂਗੇ ਵੀ ਪੰਜਾਬ ਦੇ ਕਿਹੜੇ ਇਹੋ ਜਿਹੇ ਲੋਕ ਆ ਜਿਨ੍ਹਾਂ ਨੂੰ ਖਤਰਾ ਕੋਈ ਨਹੀਂ ਤੇ ਸਿਰਫ ਨੰਬਰ ਬਣਾਉਣ ਦੀ ਦੌੜ ਦੇ ਵਿੱਚ ਹੀ ਉਹ ਸਿਕਿਉਰਿਟੀ ਕਰਮਚਾਰੀ ਲਈ ਫਿਰਦੇ ਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹੁਣ ਅਸੀਂ ਜਿਹੜੇ ਕਲਾਕਾਰ, ਜਿਹੜੇ ਅਦਾਕਾਰ, ਜਿਹੜੇ ਪੱਤਰਕਾਰ, ਜਿਹੜੇ ਵੀ ਹੋਰ ਰਾਜਨੀਤਿਕ ਲੋਕ ਆ, ਕੋਈ ਚੇਅਰਮੈਨ ਆ, ਕੋਈ ਸਾਬਕਾ ਸਰਪੰਚ ਆ, ਜਿਨ੍ਹਾਂ ਦੇ ਕੋਲੇ ਸਿਕਿਉਰਿਟੀ ਆ, ਉਹਨਾਂ ਦੀ ਸਿਕਿਉਰਿਟੀ ਦਾ ਅਸੀਂ ਮੁਲਾਂਕਣ ਕਰਾਂਗੇ ਤੇ ਜਿਨ੍ਹਾਂ ਨੂੰ ਲੋੜ ਨਹੀਂ ਤੇ ਉਹਨਾਂ ਦੀ ਸਿਕਿਉਰਿਟੀ ਅਸੀਂ ਵਾਪਸ ਲੈ ਲਾਂਗੇ। ਸੋ ਇਸ ਮਾਮਲੇ ਦੇ ਵਿੱਚ ਕਿਹੜੇ ਲੋਕਾਂ ਦੀ ਸਿਕਿਉਰਿਟੀ ਖੁੱਸੂਗੀ ਇਹ ਵਕਤ ਦੱਸੂਗਾ। ਪਰ ਗੁਰਦੀਪ ਸਿੰਘ ਰਾਣੋ ਦੇ ਮਾਮਲੇ ਤੋਂ ਬਾਅਦ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਹੋ ਗਈ ਹੈ ਕਿ ਅੰਦਰ ਖਾਤੇ ਮਿਲ ਮਿਲਾ ਕੇ ਸਭ ਕੁਝ ਚੱਲਦਾ।
ਪੰਜਾਬ ਦੇ ਹਰ ਪਿੰਡ ਦੇ ਵਿੱਚ ਕਈ ਸਾਬਕਾ ਸਰਪੰਚ ਹੈ। ਵਰਤਮਾਨ ਸਰਪੰਚ ਤਾਂ ਚਲੋ ਇੱਕ ਹੀ ਹੁੰਦਾ, ਕਿਸੇ ਪਿੰਡ 'ਚ 2 ਜਾਂ 3 ਵੀ ਹੋਣਗੇ ਵੱਡੇ ਪਿੰਡ ਦੇ ਵਿੱਚ, ਪਰ ਸਾਬਕਾ ਸਰਪੰਚ ਤਾਂ ਕਈ ਹੁੰਦੇ ਆ। ਪਰ ਸਾਰਿਆਂ ਨੂੰ ਗੁਰਦੀਪ ਸਿੰਘ ਰਾਣੋ ਦੇ ਵਾਂਗੂ ਸਿਕਿਉਰਿਟੀ ਨਹੀਂ ਮਿਲਦੀ, ਸਾਰਿਆਂ ਦੇ ਮੂਹਰੇ ਪਾਇਲਟ ਗੱਡੀ ਨਹੀਂ ਜਾਂਦੀ, ਸਾਰਿਆਂ ਨੂੰ ਨਾਕੇ ਦੇ ਉੱਤੇ ਸਲੂਟ ਨਹੀਂ ਵੱਜਦੇ ਸਰਪੰਚਾਂ ਨੂੰ, ਪਰ ਇਹਨੂੰ ਵੱਜਦੇ ਸੀ। ਤੇ ਇਹਦੇ ਪਿੱਛੇ ਕਾਰਨ ਇਹ ਆ ਕਿ ਉਤਲਿਆਂ ਦੇ ਨਾਲ, ਹੇਠਲਿਆਂ ਦੇ ਨਾਲ, ਸਭ ਦੇ ਨਾਲ ਇਹੋ ਜਿਹੀ ਗੰਢ ਸੰਡ ਸੀ, ਜਿਹਦੇ ਕਰਕੇ ਇਹ ਸਾਰਾ ਕੁਝ ਚੱਲਦਾ ਰਿਹਾ ਗੋਰਖ ਧੰਦਾ। ਇੱਕ ਹੋਰ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਜੇਕਰ ਗੁਰਦੀਪ ਸਿੰਘ ਰਾਣੋ ਦਾ ਆਪਣੇ ਇੱਕ ਸਹਿਯੋਗੀ ਨਸ਼ਾ ਤਸਕਰ ਦੇ ਨਾਲ ਸੰਬੰਧ ਨਾ ਵਿਗੜਿਆ ਹੁੰਦਾ, 4 ਕਰੋੜ ਰੁਪਈਆ ਉਹਦੇ ਕੋਲੋਂ ਵਸੂਲ ਕਰਨ ਦੇ ਲਈ ਉਹਨੇ ਨਾ ਉਹਦੇ ਉੱਤੇ ਦਬਾਅ ਬਣਾਇਆ ਹੁੰਦਾ, ਧੱਕਾ ਨਾ ਕੀਤਾ ਹੁੰਦਾ, ਤਾਂ ਸ਼ਾਇਦ ਅੱਜ ਵੀ ਗੁਰਦੀਪ ਰਾਣੋ ਆ ਜਿਹੜਾ ਉਹ ਆਪਣਾ ਕੰਮਕਾਜ ਪਹਿਲਾਂ ਵਾਂਗੂ ਚਲਾਉਂਦਾ ਹੁੰਦਾ ਤੇ ਪਤਾ ਨਹੀਂ ਕਿੰਨੀ ਦੇਰ ਬਾਅਦ ਉਹਨੇ ਫੜਿਆ ਜਾਣਾ ਸੀ, ਤੇ ਫੜਿਆ ਜਾਣਾ ਵੀ ਸੀ ਜਾਂ ਨਹੀਂ ਜਾਣਾ ਸੀ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਸੂਬਾ ਸਰਕਾਰ ਦੇ ਵੱਲੋਂ ਦਿੱਤੀ ਗਈ ਪੁਲਿਸ ਸਿਕਿਉਰਿਟੀ ਦਾ ਕੁਝ ਲੋਕ ਗਲਤ ਇਸਤੇਮਾਲ ਕਰ ਰਹੇ ਨੇ। ਕੁਝ ਦਿਨ ਪਹਿਲਾਂ ਹੀ ਹੈਰੋਇਨ ਤੇ ਹਥਿਆਰਾਂ ਦੀ ਤਸਕਰੀ ਦੇ ਵਿੱਚ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣੋ ਦੀ ਗ੍ਰਿਫਤਾਰੀ ਤੋਂ ਬਾਅਦ ਇਹੋ ਜਿਹਾ ਖੁਲਾਸਾ ਹੋਇਆ। ਇਸ ਲਈ ਲੋਕਾਂ ਨੂੰ ਸਿਕਿਉਰਿਟੀ ਦੇਣ ਨੂੰ ਲੈ ਕੇ ਪੁਲਿਸ ਆਪਣੀ ਪਾਲਿਸੀ ਦੇ ਵਿੱਚ ਸੋਧ ਕਰੇਗੀ। ਇਸ ਲਈ ਜਲਦੀ ਹੀ ADGP ਸਿਕਿਉਰਿਟੀ ਦੀ ਪ੍ਰਧਾਨਗੀ ਵਿੱਚ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇਹ ਕਮੇਟੀ ਕਿਸੇ ਵੀ ਵਿਅਕਤੀ ਵਿਸ਼ੇਸ਼, ਰਾਜਨੀਤਿਕ ਵਿਅਕਤੀ ਜਾਂ ਅਦਾਕਾਰ ਨੂੰ ਦਿੱਤੀ ਜਾਣ ਵਾਲੀ ਸਿਕਿਉਰਿਟੀ ਦੇ ਲਈ ਮੌਜੂਦਾ ਨਿਯਮਾਂ ਦਾ ਪੂਰਾ ਮੁਲਾਂਕਣ ਕਰੇਗੀ। ਉਸ ਤੋਂ ਬਾਅਦ ਕਮੇਟੀ ਮੌਜੂਦਾ ਨਿਯਮਾਂ ਦੇ ਵਿੱਚ ਸੋਧ ਕਰਕੇ ਨਵੇਂ ਨਿਯਮ ਤੈਅ ਕਰੇਗੀ ਤੇ ਉਸ ਤੋਂ ਬਾਅਦ ਸਿਕਿਉਰਿਟੀ ਦਿੱਤੇ ਜਾਣ ਨੂੰ ਲੈ ਕੇ ਨਵੀਂ ਪਾਲਿਸੀ ਜਾਰੀ ਹੋਵੇਗੀ। ਇਸ ਪਾਲਿਸੀ ਦੇ ਵਿੱਚ ਨਿਯਮਾਂ ਦੇ ਉੱਤੇ ਜਿਹੜੇ ਲੋਕਾਂ ਦੀਆਂ ਅਰਜ਼ੀਆਂ ਇੰਟੈਲੀਜੈਂਸ ਤੇ ਖੁਫੀਆ ਏਜੰਸੀਆਂ ਦੀ ਰਿਪੋਰਟ ਦੇ ਉੱਤੇ ਖਰੀਆਂ ਉਤਰਨਗੀਆਂ, ਸਿਰਫ ਉਹਨਾਂ ਨੂੰ ਹੀ ਸਿਕਿਉਰਿਟੀ ਦਿੱਤੀ ਜਾਵੇਗੀ। ਪਾਲਿਸੀ ਬਣ ਜਾਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੋਲੋਂ ਉਹਨੂੰ ਮਨਜ਼ੂਰ ਕਰਾਇਆ ਜਾਵੇਗਾ ਤੇ ਜੇਕਰ CM ਦੇ ਵੱਲੋਂ ਕੋਈ ਬਦਲਾਅ ਨਹੀਂ ਕੀਤਾ ਜਾਂਦਾ ਤਾਂ ਉਸ ਦੀ ਮਨਜ਼ੂਰੀ ਤੋਂ ਤੁਰੰਤ ਬਾਅਦ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ। ਨਿਯਮਾਂ ਦੇ ਵਿੱਚ ਸੋਧ ਇਸ ਲਈ ਵੀ ਕੀਤੀ ਜਾ ਰਹੀ ਹੈ ਕਿਉਂਕਿ ਮੌਜੂਦਾ ਸਮੇਂ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਸਿਕਿਉਰਿਟੀ ਲਈ ਬੈਠੇ ਨੇ ਜਿਨ੍ਹਾਂ ਨੂੰ ਕੋਈ ਲੋੜ ਵੀ ਨਹੀਂ। ਬਹੁਤ ਸਾਰੇ ਲੋਕਾਂ ਨੇ ਰਾਜਨੀਤਿਕ ਲੋਕਾਂ ਦੀ ਸਿਫਾਰਿਸ਼ ਦੇ ਉੱਤੇ ਸਿਰਫ ਤੇ ਸਿਰਫ ਸਟੇਟਸ ਸਿੰਬਲ ਦੇ ਲਈ ਹੀ ਸਿਕਿਉਰਿਟੀ ਲੈ ਰੱਖੀ ਹੈ ਤਾਂ ਜੋ ਜਨਤਾ ਦੇ ਵਿੱਚ ਉਹਨਾਂ ਦਾ ਦਬਦਬਾ ਬਣਿਆ ਰਹੇ। ਸਰਪੰਚ ਰਾਣੋ ਦਾ ਮਾਮਲਾ ਵੀ ਉਹਨਾਂ ਦੇ ਵਿੱਚੋਂ ਇੱਕ ਹੈ। ਇਸੇ ਦੇ ਮੱਦੇਨਜ਼ਰ ਸਰਕਾਰ ਨੇ ਨਿਯਮਾਂ ਦੇ ਵਿੱਚ ਸੋਧ ਕਰਕੇ ਸਿਕਿਉਰਿਟੀ ਮੁਹੱਈਆ ਕਰਾਉਣ ਦੇ ਲਈ ਸਖਤੀ ਕਰਨ ਦਾ ਫੈਸਲਾ ਕੀਤਾ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਹਾਂ ਦੋਸਤੋ। ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਵਿਦੇਸ਼ਾਂ ਦੇ ਵਿੱਚ ਜਾ ਕੇ ਦੇਖੋ, ਮੈਂਬਰ ਪਾਰਲੀਮੈਂਟ ਦੇ ਕੋਲੇ ਇੱਕ ਵੀ ਸਿਕਿਉਰਿਟੀ ਮੁਲਾਜ਼ਮ ਨਹੀਂ। ਜਿਹੜੇ ਉੱਥੋਂ ਦੇ ਕਹਿੰਦੇ ਕਹਾਉਂਦੇ ਮੰਤਰੀ ਆ, ਉਹਨਾਂ ਦੇ ਕੋਲੇ ਪਹਿਲੀ ਗੱਲ ਤਾਂ ਸਿਕਿਉਰਿਟੀ ਹੈ ਨਹੀਂ, ਆਪਣੀ ਗੱਡੀ ਆਪ ਚਲਾਉਂਦੇ ਆ। ਪਰ ਜੇਕਰ ਹੋਵੇ ਵੀ ਤਾਂ ਇੱਕ ਅੱਧਾ ਮੁਲਾਜ਼ਮ ਹੋਊਗਾ, ਬਾਹਲੀ ਸਿਕਿਉਰਿਟੀ ਉਹਨਾਂ ਕੋਲੇ ਹੈ ਨਹੀਂ। ਤੇ ਸਾਡੇ ਪੰਜਾਬ ਦੇ ਵਿੱਚ ਜਿੱਥੇ ਕਿ ਇਹ ਗੱਲ ਕਹਿੰਦੇ ਆ ਕਿ ਲੋਕਾਂ ਦੀ ਜਾਨ ਤੇ ਮਾਲ ਦੀ ਹਿਫਾਜ਼ਤ ਕਰਦੀ ਹੈ ਪੁਲਿਸ, ਉਹਨਾਂ ਨੇ ਉਹਨਾਂ ਦੀ ਹਿਫਾਜ਼ਤ ਤਾਂ ਕਾਹਦੀ ਕਰਨੀ ਆ, ਉਹ ਹਿਫਾਜ਼ਤ ਕਰਦੀ ਆ ਪੁਲਿਸ ਇਹੋ ਜਿਹੇ ਸਰਪੰਚਾਂ ਦੀ ਜਿਨ੍ਹਾਂ ਦਾ ਵਜੂਦ ਕੋਈ ਨਹੀਂ, ਜਿਨ੍ਹਾਂ ਨੂੰ ਕੋਈ ਬੇਰਾਂ ਵੱਟੇ ਨਹੀਂ ਸਿਆਣਦਾ। ਇਹਨਾਂ ਦੀ ਸਿਰਫ ਇੱਕੋ ਪਛਾਣ ਆ ਕਿ ਇਹ ਗਲਤ ਸਹੀ ਤਰੀਕੇ ਨਾਲ ਪੈਸਾ ਕਮਾਉਂਦੇ ਆ ਤੇ ਬਾਅਦ ਦੇ ਵਿੱਚ ਵੰਡੀਆਂ ਚੱਲਦੀਆਂ। ਖਾਕੀ ਤੇ ਖਾਦੀ ਦਾ ਇੱਕ ਇਹੋ ਜਿਹਾ ਸੰਗਮ ਪੰਜਾਬ ਦੇ ਵਿੱਚ ਤੇ ਸਮੁੱਚੇ ਭਾਰਤ ਦੇ ਵਿੱਚ ਹੋਇਆ, ਜਿਹਦੇ ਕਰਕੇ ਬਹੁਤ ਵੱਡੇ ਪੱਧਰ ਦੇ ਉੱਤੇ ਨੁਕਸਾਨ ਵਾਲੀਆਂ ਖਬਰਾਂ ਆਉਂਦੀਆਂ, ਪਰ ਕੋਈ ਵੀ ਇੰਨਾ ਸੁਜੱਗ ਨਹੀਂ ਕਿ ਲੰਮੇ ਸਮੇਂ ਤੱਕ ਇਹਨਾਂ ਗੱਲਾਂ ਨੂੰ ਚੇਤੇ ਰੱਖੇ। ਸੋ ਗੁਰਦੀਪ ਸਿੰਘ ਰਾਣੋ ਬੇਸ਼ੱਕ ਹੁਣ ਫੜਿਆ ਗਿਆ, ਉਹਦੇ ਕਾਰੋਬਾਰ ਲੰਮੇ ਸਮੇਂ ਤੋਂ ਚੱਲਦੇ ਸੀ, ਪਰ ਉਹਦੇ ਫੜੇ ਜਾਣ ਤੋਂ ਬਾਅਦ ਚਲੋ ਇਸ ਗੱਲ ਦੇ ਵੱਲ ਖਿਆਲ ਤਾਂ ਗਿਆ। ਪੰਜਾਬ ਦੇ ਬਹੁਤ ਸਾਰੇ ਇਹੋ ਜਿਹੇ ਪਿਛਲੀ ਸਰਕਾਰ ਦੇ ਜਾਂ ਵਰਤਮਾਨ ਸਰਕਾਰ ਦੇ ਨੇੜਲੇ ਲੋਕ ਆ ਜਿਨ੍ਹਾਂ ਨੇ ਹੁਣ ਤੱਕ ਪਤਾ ਨਹੀਂ ਕਿੰਨੇ ਕੁ ਮੁਲਾਜ਼ਮ ਲਏ ਸਿਕਿਉਰਿਟੀ ਦੇ। ਇੱਥੇ ਤੀਜੇ ਕੁ ਮਹੀਨੇ ਕੋਈ ਨਾ ਕੋਈ ਝੋਲੀ ਚੱਕ ਜਾ ਕਹਿ ਦਿੰਦਾ ਕਿ ਮੈਨੂੰ ਜੀ ਫਲਾਨੀ ਜਥੇਬੰਦੀ ਨੇ ਇੱਕ ਚਿੱਠੀ ਪਾਈ ਆ, ਉਹਨਾਂ ਨੇ ਜੀ ਮੈਨੂੰ ਧਮਕੀ ਦਿੱਤੀ ਆ, ਉਹ ਮੈਨੂੰ ਜਾਨੋਂ ਮਾਰਨ ਨੂੰ ਫਿਰਦੇ ਆ, ਮੇਰੀ ਜ਼ਿੰਦਗੀ ਨੂੰ ਖਤਰਾ ਪੈਦਾ ਹੋ ਗਿਆ। ਇਹ ਸਿਰਫ ਡਰਾਮੇ ਹੁੰਦੇ ਆ, ਬਾਅਦ ਦੇ ਵਿੱਚ ਹੋਰ ਸਿਕਿਉਰਿਟੀ ਮਿਲ ਜਾਂਦੀ ਆ। ਪਰ ਹੁਣ ਇਹਨਾਂ ਸਾਰਿਆਂ ਦੀ ਕਹਿੰਦੇ ਪੜਤਾਲ ਹੋਣੀ ਹੈ ਵੀ ਇਹਨਾਂ ਨੂੰ ਖਤਰਾ ਕੋਈ ਹੈ ਵੀ ਕਿ ਨਹੀਂ। ਪਰ ਸਾਨੂੰ ਇਸ ਗੱਲ ਦੀ ਵੀ ਆਸ ਹੈ ਵੀ ਕੁਝ ਕੁ ਮਹੀਨੇ ਇਹ ਗੱਲ ਚੇਤੇ ਰਹਿਣੀ ਹੈ, ਬਾਅਦ ਦੇ ਵਿੱਚ ਫਿਰ ਪਰਨਾਲਾ ਉੱਥੇ ਦਾ ਉੱਥੇ ਆ ਜਾਣਾ। ਪਰ ਜ਼ਰੂਰਤ ਇਸ ਵਕਤ ਇਸ ਗੱਲ ਦੀ ਹੈ ਕਿ ਜਿਹੜੇ ਇਹ ਝੋਲੀ ਚੱਕ ਜੇ ਨੇਤਾ, ਇਹਨਾਂ ਦੀ ਸਿਕਿਉਰਿਟੀ ਵਾਪਸ ਲਈ ਜਾਵੇ। ਜਿਹੜੇ ਵੱਖ-ਵੱਖ ਤਰ੍ਹਾਂ ਦੇ ਨਸ਼ਿਆਂ ਦੇ ਵਿੱਚ ਜੁੜੇ ਹੋਏ ਲੋਕ ਆ, ਤਸਕਰ ਆ ਜਿਹੜੇ, ਇਹਨਾਂ ਨੂੰ ਸਿਕਿਉਰਿਟੀ ਨਾ ਦਿੱਤੀ ਜਾਵੇ। ਜੇਕਰ ਥਾਣਿਆਂ ਦੇ ਬਾਹਰ ਲਿਖਿਆ ਹੋਇਆ ਕਿ ਪੁਲਿਸ ਲੋਕਾਂ ਦੀ ਸੇਵਾ ਲਈ ਵਚਨਬੱਧ ਹੈ ਤਾਂ ਲੋਕਾਂ ਨੂੰ ਪੁਲਿਸ ਮਿਲਣੀ ਚਾਹੀਦੀ ਹੈ, ਨਾ ਕਿ ਲੀਡਰਾਂ ਨੂੰ। ਹਰ ਬੰਦਾ ਕਿਸੇ ਨਾ ਕਿਸੇ ਧਰਮ ਦੇ ਨਾਲ ਸਿੱਧੇ ਤੌਰ ਦੇ ਉੱਤੇ ਜਾਂ ਅਸਿੱਧੇ ਤੌਰ ਦੇ ਉੱਤੇ ਜੁੜਿਆ ਹੋਇਆ। ਹਰ ਬੰਦੇ ਦੀ ਇੱਕ ਵੱਖੋ ਵੱਖਰੀ ਆਸਥਾ। ਅਸੀਂ ਕਿਸੇ ਦੀ ਵੀ ਆਸਥਾ ਦੇ ਉੱਤੇ ਸੱਟ ਨਹੀਂ ਮਾਰਦੇ ਕਿਉਂਕਿ ਸਭ ਦੀ ਆਪਣੀ ਆਸਥਾ ਬੜੀ ਬਹੁਮੁੱਲੀ ਹੈ, ਬੜੀ ਕੀਮਤੀ ਹੈ। ਸਭ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। ਪਰ ਜਿਸ ਤਰੀਕੇ ਦੇ ਨਾਲ ਵੱਖ-ਵੱਖ ਧਰਮ ਗ੍ਰੰਥਾਂ ਦੀ ਬੇਅਦਬੀ ਹੁੰਦੀ ਆ, ਉਹਦੇ ਉੱਤੇ ਕਈ ਵਾਰ ਚਿੰਤਾ ਤੇ ਚਿੰਤਨ ਕਰਨਾ ਬਣਦਾ। ਕਦੇ ਕਿਸੇ ਗੁਰਦੁਆਰੇ ਦੇ ਵਿੱਚ, ਕਦੇ ਕਿਸੇ ਮੰਦਿਰ ਦੇ ਵਿੱਚ ਬੇਅਦਬੀ ਹੁੰਦੀ ਹੈ। ਦੁੱਖ ਹੁੰਦਾ ਇਹਨਾਂ ਗੱਲਾਂ ਦੇ ਉੱਤੇ ਵੀ ਪਤਾ ਨਹੀਂ ਉਹ ਕਿਹੋ ਜਿਹੀ ਮਿੱਟੀ ਦੇ ਮਨੁੱਖ ਆ ਜਿਹੜੇ ਇਹੋ ਜਿਹੀਆਂ ਕਰਤੂਤਾਂ ਕਰਦੇ ਆ, ਤੇ ਪਤਾ ਨਹੀਂ ਉਹ ਕਿਹੋ ਜਿਹੇ ਹੋਣਗੇ ਜਿਹੜੇ ਇਹੋ ਜਿਹੀਆਂ ਕਰਤੂਤਾਂ ਕਰਵਾਉਂਦੇ ਆ। ਅਗਲੀ ਵੱਡੀ ਗੱਲ ਇਹ ਆ ਵੀ ਜਦੋਂ ਕੋਈ ਵੀ ਬੇਅਦਬੀ ਕਰਦਾ ਫੜਿਆ ਜਾਂਦਾ, ਭਾਵੇਂ ਰੰਗੇ ਹੱਥੀ ਫੜਿਆ ਜਾਵੇ, ਭਾਵੇਂ ਬਾਅਦ 'ਚ ਫੜਿਆ ਜਾਵੇ, ਇੱਕੋ ਹੀ ਖਬਰ ਆਉਂਦੀ ਆ ਕਿ ਉਹਦਾ ਮਾਨਸਿਕ ਤਵਾਜ਼ਨ ਠੀਕ ਨਹੀਂ ਸੀ। ਕੀ ਕਾਰਨ ਹੈ ਇਹਦੇ ਪਿੱਛੇ?
ਵੀ ਜਿਹੜੇ ਦਿਮਾਗ ਜਿਨ੍ਹਾਂ ਦਾ ਖਰਾਬ ਆ ਉਹ ਸਾਰੇ ਦੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਹੀ ਪਾੜਦੇ ਆ, ਜਾਂ ਉਹ ਗੀਤਾ ਦਾ ਹੀ ਇਸ ਵਕਤ ਅਪਮਾਨ ਕਰਦੇ ਆ, ਜਾਂ ਉਹ ਕਦੇ ਹੋਰ ਗੁਟਕਾ ਸਾਹਿਬ ਆ ਜਿਹੜਾ ਉਹਦੀ ਬੇਅਦਬੀ ਕਰ ਦਿੰਦੇ ਆ। ਇਹਦੇ ਪਿੱਛੇ ਕਾਰਨ ਕੀ ਹੈ, ਇਹ ਪੜਤਾਲ ਦਾ ਵਿਸ਼ਾ, ਪਰ ਵਕਤ ਦੱਸੂਗਾ ਵੀ ਇਹਦੀ ਪੜਤਾਲ ਹੁੰਦੀ ਕਿ ਨਹੀਂ। ਪਰ ਲੰਘੇ ਕੱਲ੍ਹ ਖਬਰ ਆਈ ਸੀ ਕਿ ਰਾਜਾ ਸਾਂਸੀ ਏਅਰਪੋਰਟ ਦੇ ਉੱਤੇ ਪਿਓ ਪੁੱਤ ਜਵਾਲਾ ਸਿੰਘ ਤੇ ਜਸਵੀਰ ਸਿੰਘ ਫੜੇ ਗਏ ਆ। ਉਹ ਅਟੈਚੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਾ ਕੇ ਇੱਕ ਹਵਾਈ ਉਡਾਣ ਦੇ ਰਾਹੀਂ ਉਹਨਾਂ ਨੇ ਪੁਣੇ ਜਾਣਾ ਸੀ ਤੇ ਉਹਨਾਂ ਨੂੰ ਏਅਰਪੋਰਟ ਦੇ ਉੱਤੇ ਗ੍ਰਿਫਤਾਰ ਕਰ ਲਿਆ ਗਿਆ। ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇਹ ਗੱਲ ਕਹੀ ਆ ਕਿ ਇਹੋ ਜਿਹੇ ਲੋਕ ਜਿਹੜੇ ਕਿ ਮਰਿਆਦਾ ਦਾ ਉਲੰਘਣ ਕਰਦੇ ਆ, ਇਹਨਾਂ ਦੇ ਖਿਲਾਫ ਸਖਤੀ ਵਰਤਣੀ ਚਾਹੀਦੀ ਆ, ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ। ਤੇ ਉਹਨਾਂ ਨੇ ਕਿਹਾ ਕਿ ਇੱਕ ਕਮੇਟੀ ਦਾ ਗਠਨ ਕੀਤਾ ਜਾਊਗਾ ਜਿਹੜੀ ਕਿ ਇਹਨਾਂ ਗੱਲਾਂ ਦੇ ਉੱਤੇ ਖਾਸੀ ਨਿਗਾਹ ਰੱਖੂਗੀ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਰਾਜਾ ਸਾਂਸੀ ਵਿਖੇ ਜੋ ਵਿਅਕਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਅਟੈਚੀ ਦੇ ਵਿੱਚ ਬੰਦ ਕਰਕੇ ਜਹਾਜ਼ ਰਾਹੀਂ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸਨ, ਇਹ ਗੱਲ ਬੇਹੱਦ ਮੰਦਭਾਗੀ ਹੈ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਸਮਾਨ ਦੀ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਾਣਾ ਬਹੁਤ ਵੱਡਾ ਨਿਰਾਦਰ ਹੈ, ਜੋ ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸੰਬੰਧੀ ਜਥੇਦਾਰ ਨੇ ਪ੍ਰਸ਼ਾਸਨ ਨੂੰ ਵੀ ਹਦਾਇਤ ਕੀਤੀ ਹੈ ਕਿ ਜਸਵੀਰ ਸਿੰਘ ਤੇ ਜਵਾਲਾ ਸਿੰਘ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ, ਤਾਂ ਜੋ ਅੱਗੇ ਤੋਂ ਕੋਈ ਵੀ ਵਿਅਕਤੀ ਇਹੋ ਜਿਹਾ ਕੰਮ ਕਰਨ ਦੀ ਹਿੰਮਤ ਨਾ ਕਰੇ। ਇਸ ਤੋਂ ਇਲਾਵਾ ਸਿੰਘ ਸਾਹਿਬ ਨੇ ਇੱਕ ਉੱਚ ਪੱਧਰੀ ਕਮੇਟੀ ਬਣਾਉਣ ਦਾ ਵੀ ਐਲਾਨ ਕੀਤਾ, ਜੋ ਇਸ ਮਾਮਲੇ ਦੀ ਪੂਰੀ ਡੂੰਘਾਈ ਨਾਲ ਪੜਤਾਲ ਕਰੇਗੀ ਕਿ ਇਹੋ ਜਿਹੇ ਵਿਅਕਤੀਆਂ ਦੀ ਪੁਸ਼ਤ ਪਨਾਹੀ ਕਰਨ ਵਾਲੇ ਲੋਕ ਵੀ ਸਾਹਮਣੇ ਆ ਜਾਣ। ਸਿੰਘ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਸਮੇਂ ਸਿਰ ਕਾਰਵਾਈ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਹੋਣ ਤੋਂ ਬਚਾ ਲਿਆ ਤੇ ਪ੍ਰਸ਼ਾਸਨ ਦੀ ਮਦਦ ਦੇ ਨਾਲ ਦੋਸ਼ੀਆਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਵੀ ਕੀਤਾ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਵੀ ਬਹਾਲ ਰਹਿਣਾ ਚਾਹੀਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਕੁਝ ਲਿਖਿਆ ਹੋਇਆ ਉਹਦੇ ਉੱਤੇ ਅਮਲ ਵੀ ਕਰਨਾ ਚਾਹੀਦਾ। ਕੱਲਾ ਅਸੀਂ ਸਤਿਕਾਰ ਕਰੀਏ ਤੇ ਅਮਲ ਨਾ ਕਰੀਏ, ਇਹ ਵੀ ਗੱਲ ਗਲਤ ਹੈ। ਤੇ ਅਮਲ ਕਰਦਿਆਂ ਸਾਨੂੰ ਸਤਿਕਾਰ ਦੇ ਵੱਲ ਖਾਸਾ ਖਿਆਲ ਰੱਖਣਾ ਚਾਹੀਦਾ ਤੇ ਇਹ ਵੀ ਗੱਲ ਬਹੁਤ ਜ਼ਰੂਰੀ ਹੈ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਜਿੱਥੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਖੀ ਕਰਨ ਵਾਲੇ ਲੋਕ ਆ ਕਈ ਵਾਰ ਇਹੋ ਜਿਹੀਆਂ ਗੱਲਾਂ ਕਰਦੇ, ਇਹੋ ਜਿਹੀਆਂ ਹਰਕਤਾਂ ਕਰਦੇ ਆ ਜਿਨ੍ਹਾਂ ਦੇ ਉੱਤੇ 100 ਤਰ੍ਹਾਂ ਦੇ ਸਵਾਲ ਪੈਦਾ ਹੁੰਦੇ ਆ। ਇਸ ਕਰਕੇ ਸਤਿਕਾਰ ਵੀ ਰੱਖੋ ਤੇ ਅਮਲ ਵੀ ਕਰੋ ਤੇ ਨਿੱਠ ਕੇ ਪੜ੍ਹੋ ਵੀ, ਤੇ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਸਾਹਿਬਾਨ ਦੇ ਵੱਲੋਂ ਪਾਏ ਗਏ ਪੂਰਨਿਆਂ ਦੇ ਉੱਤੇ ਦਰਸਾਏ ਗਏ ਮਾਰਗ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੀਏ। ਪਰ ਜਿਸ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਹੈ, ਅਟੈਚੀ ਦੇ ਵਿੱਚ ਜਿਵੇਂ ਆਮ ਕਿਤਾਬਾਂ 'ਚ ਅਸੀਂ ਲੀੜਾ ਲੱਤਾ ਪਾ ਲੈਂਦੇ ਹਾਂ, ਉਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪਾਏ ਗਏ, ਨਾ ਚੌਰ ਸਾਹਿਬ ਕੀਤੇ ਗਏ, ਨਾ ਇੱਥੇ ਕੋਈ ਹੋਰ ਮਰਿਆਦਾ ਦਾ ਖਿਆਲ ਕੀਤਾ ਗਿਆ, ਜਿਹਦੇ ਕਰਕੇ ਪਿਓ ਪੁੱਤ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੁਣ ਇਹਦੇ ਪਿੱਛੇ ਕੀ ਕਾਰਨ ਹੋਊਗਾ, ਉਹਨਾਂ ਨੇ ਇਹ ਸਭ ਕੁਝ ਕਿਉਂ ਕੀਤਾ, ਕੀ ਕਾਰਨ ਸੀ ਇਹਦੇ ਪਿੱਛੇ, ਇਹਦੀ ਤਾਂ ਪੜਤਾਲ ਦਾ ਵਿਸ਼ਾ ਹੈਗਾ। ਪਰ ਜੋ ਗੱਲਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਹੀਆਂ, ਇਹਨਾਂ ਦੇ ਉੱਤੇ ਜ਼ਰੂਰ ਅਮਲ ਕਰਨਾ ਚਾਹੀਦਾ ਤੇ ਕਮੇਟੀ ਵੀ ਬਣਨੀ ਚਾਹੀਦੀ ਹੈ, ਤਾਂ ਜੋ ਭਵਿੱਖ ਦੇ ਵਿੱਚ ਇੱਦਾਂ ਦੀ ਬੇਅਦਬੀ ਨਾ ਹੋਵੇ ਜਾਂ ਕਹੀਏ ਵੀ ਮਰਿਆਦਾ ਦੀ ਉਲੰਘਣਾ ਨਾ ਹੋਵੇ। ਪਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ 100 ਸਾਲਾ ਸ਼ਤਾਬਦੀ ਸਮਾਗਮ ਦੇ ਮੌਕੇ ਕੀਤੀਆਂ ਗਈਆਂ ਗੱਲਾਂ ਦਾ ਰੌਲਾ ਹਾਲੇ ਤੱਕ ਪਿਆ ਹੋਇਆ। ਉਹਨਾਂ ਨੇ ਇਹ ਗੱਲ ਕਹੀ ਸੀ ਜੀ ਕਿ EVM ਦੇ ਨਾਲ ਕੇਂਦਰ ਦੀ ਸਰਕਾਰ ਬਣਦੀ ਹੈ, BJP ਇਸ ਗੱਲ ਦੇ ਉੱਤੇ ਭੜਕੀ ਹੋਈ ਹੈ। ਅਕਾਲੀਆਂ ਨੂੰ ਇਹ ਗੱਲ ਚੰਗੀ ਲੱਗੀ ਹੈ ਵੀ ਹਾਂ EVM ਵਾਲੀ ਗੱਲ ਤਾਂ ਠੀਕ ਹੈ, ਪਰ ਉਸ ਤੋਂ ਬਾਅਦ BJP ਦੇ ਇੱਕ ਆਗੂ ਹਰਜੀਤ ਸਿੰਘ ਗਰੇਵਾਲ ਜਿਨ੍ਹਾਂ ਨੇ ਹੁਣ ਮਾਫੀ ਵੀ ਮੰਗੀ ਹੈ ਕਿ ਜੇਕਰ ਤੁਹਾਨੂੰ ਲੱਗਦਾ ਕਿ ਮੈਂ ਭਾਵਨਾਵਾਂ 'ਤੇ ਸੱਟ ਮਾਰੀ ਤਾਂ ਭਾਈ ਮਾਫੀ ਵੀ ਮੰਗਦਾ। ਉਹਨਾਂ ਨੇ ਕਿਹਾ ਸੀ ਕਿ ਜੋ ਜਥੇਦਾਰ ਸਾਹਿਬ ਨੇ ਇਹਨਾਂ ਦਾ ਦਿਮਾਗੀ ਤਵਾਜ਼ਨ ਠੀਕ ਨਹੀਂ। ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਜਥੇਦਾਰ ਸਾਹਿਬ ਆ ਜਿਹੜੇ ਉਹਨਾਂ ਨੂੰ ਤਾਂ ਅੱਧੇ ਸਿੱਖ ਜਥੇਦਾਰ ਮੰਨ ਕੇ ਨਹੀਂ ਰਾਜ਼ੀ। ਸੋ ਇਸ ਗੱਲ ਦੇ ਉੱਤੇ ਅਕਾਲੀ ਦਲ ਨਾਰਾਜ਼ ਆ, ਪਰ ਆਮ ਆਦਮੀ ਪਾਰਟੀ ਇਸ ਗੱਲ ਦੇ ਉੱਤੇ ਨਾਰਾਜ਼ ਆ ਕਿ ਜਥੇਦਾਰ ਸਾਹਿਬ ਆ ਜਿਹੜੇ ਅਕਾਲੀ ਦਲ ਦੇ ਬੁਲਾਰੇ ਕਿਉਂ ਬਣੇ ਹੋਏ ਆ। ਸੋ ਘੱਟ ਜਾਂ ਵੱਧ ਸਾਰੀਆਂ ਹੀ ਪਾਰਟੀਆਂ ਦੇ ਆਗੂ ਇੱਕ ਦੂਜੇ ਦੇ ਉੱਤੇ ਨਾਰਾਜ਼ਗੀ ਜ਼ਾਹਰ ਕਰ ਰਹੇ ਆ ਤੇ ਪੰਜਾਬ ਦੇ ਪੱਲੇ ਐਂਡ ਦੇ ਉੱਤੇ ਨਾਰਾਜ਼ਗੀ ਹੀ ਰਹਿ ਜਾਂਦੀ ਹੈ ਤੇ ਸਾਡੇ ਪੱਲੇ ਇਕੱਲੀਆਂ ਖਬਰਾਂ ਰਹਿ ਜਾਂਦੀਆਂ ਆਮ ਲੋਕਾਂ ਦੇ ਵੀ ਉਹਨੇ ਇਹਨੂੰ ਆਹ ਕਹਿਤਾ, ਇਹਨੇ ਉਹਨੂੰ ਆਹ ਕਹਿਤਾ, ਦੋਵਾਂ ਨੇ ਤੀਜੇ ਨੂੰ ਕਹਿਤਾ, ਤੀਜੇ ਨੇ ਪੰਜਾਂ ਨੂੰ ਕਹਿਤਾ। ਸੋ ਇਹੋ ਜਿਹੀਆਂ ਖਬਰਾਂ ਦੇ ਉੱਤੇ ਕਦੋਂ ਰੋਕ ਲੱਗਣੀ ਪਤਾ ਨਹੀਂ, ਪਰ ਪੰਜਾਬ ਦਾ ਭਲਾ ਹੋਵੇ, ਪੰਜਾਬ ਘੁੱਗ ਵਸਦਾ ਰਹੇ, ਪੰਜਾਬ ਦੇ ਲੋਕ ਆ ਜਿਹੜੇ ਚੰਗਿਆਂ ਨੂੰ ਚੁਣਨ, ਆਪ ਵੀ ਚੰਗੇ ਬਣਨ ਤੇ ਸਾਰੇ ਪੰਜਾਬ ਦਾ ਨਕਸ਼ ਸਵਾਰਿਆ ਜਾਵੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।